चकर चहन और बरन जात, और पात नहन जेहे, और ऊपर रंग और रेख, पेख को कह न सकत कहे। अचल मूरत अनपहु प्रकाश, अमितोज कह जय। कोट इंद्र इंद्राण सहे सहान गण जय। त्रिभुवन महीप सुर नर असुर, नेत नेत बन तृण कहत। त्वै सर्व नाम कथय कवन, कर्म नाम बरनत सुमत। त्वै सर्व नाम कथय कवन, कर्म नाम बरनत सुमत। प्रभु जी तो कह लाज हमारी, प्रभु जी तो कह लाज हमारी। नीलकंठ नरहर नारायण, नील बसन बनवारी। परम पुरख परमेश्वर स्वामी, पावन पावन आहारी। माधव महाज्योत मधुमर्दन, मान मुकुंद मुरारी। निर्विकार निर्जुर निंद्राभिन, निर्भिख नरक निवारी। कृपा सिंध काल त्रैदर्शी, कुकरित परनाशनकारी। तनरपान त्रित मान तरा तर, अन विकार असुधारी। हो मत मंद चरण शरणागत, कर गहले हो उबारी। हो मत मंद चरण शरणागत, कर गहले हो उबारी। हम अवगुण परे एक गुण नाही, अमृत छाड़ बिख बिख खाई। माया मोह परम पै फूले, सुत दारा स्यों प्रीत लगाई। एक उत्तम पंथ सुन्यो गुर संगत, तेह मिलंत जम त्रास। एक अरदास पाठ कीरत की, गुर रामदास राखो। सुख होटल गुर सेविय, अहनस सहजो। दर्शन परसे गुरु कै, जन्म मरण दुख। होवै सिफत खसंबंधी, नूर अरसों कुरसों। तुद डिठे सच्चे पातशाह, मल जन्म जन्म दे। सजन सच्चा पातशाह, सिर सहांदे। जिस पास बैठया सोहिए, सबना दा विसाहो। सतनाम श्री वाहिगुरु साहिब जियो। बड़हंसा
ਮਹੱਲਾ ਤੀਜਾ। ਸੁਣਿਓ ਕੰਤ ਮਹਿਲੀ ਹੋ, ਫਿਰ ਸੇਵਿਓ ਸ਼ਬਦ ਵਿਚਾਰ। ਆਵਗੁਣਵੰਤੀ ਫਿਰ ਨਾ ਜਾਣਾਈ, ਮੁਠੀ ਰੋਵੈ ਕੰਤ ਵਿਸਾਰ। ਸੁਣਿਓ ਕੰਤ ਮਹਿਲੀ ਹੋ, ਫਿਰ ਸੇਵਿਓ ਸ਼ਬਦ ਵਿਚਾਰ। ਆਵਗੁਣਵੰਤੀ ਫਿਰ ਨਾ ਜਾਣਾਈ, ਮੁਠੀ ਰੋਵੈ ਕੰਤ ਵਿਸਾਰ। ਰੋਵੈ ਕੰਤ ਸੰਭਾਲ ਸਦਾ ਗੁਣ ਸਾਰ। ਨਾ ਫਿਰ ਮਰੈ ਨ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ। ਸਾਚਾ ਪ੍ਰੇਮ ਸਮਾਏ, ਜੇ ਨਾ ਆਪਣਾ ਫਿਰ ਨਹੀਂ ਜਾਤਾ ਕਰਮ ਵਿਦਾਤਾ। ਕੂੜ ਮੁਠੀ ਕੂੜਿਆਰੇ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵਿਓ ਸ਼ਬਦ ਵਿਚਾਰੇ। ਸਭ ਜਗ ਆਪ ਉਪਾਇਓ ਨਾ, ਆਵਣ ਜਾਨ ਸੰਸਾਰਾ। ਮਾਇਆ ਮੋਹ ਖੁਆਇਆ ਨਾ, ਮਰ ਜੰਮੈ ਬਾਰੂ ਬਾਰਾ। ਮਰ ਜੰਮੈ ਬਾਰੂ ਬਾਰਾ, ਬਧੈ ਬੇਕਾਰਾ। ਗਿਆਨ ਬਿਹੂਣੀ ਮੁਠੀ, ਬਿਨ ਸ਼ਬਦੈ ਫਿਰ ਨਾ ਪਾਇਓ ਜਨਮ ਗਵਾਇਓ। ਰੋਵੈ ਅਵਗੁਣਿਆਰੀ ਝੂਠੀ, ਫਿਰ ਜਗ ਜੀਵਨ ਕਿਸਨੋ ਰੋਈਐ। ਰੋਵੈ ਕੰਤ ਵਿਸਾਰੇ, ਸਭ ਜਗ ਆਪ ਉਪਾਇਓ ਨਾ। ਆਵਨ ਜਾਣ ਸੰਸਾਰੇ, ਸੋ ਫਿਰ ਸੱਚਾ ਸਦ ਹੀ ਸਾਚਾ ਹੈ। ਨਾ ਉਹ ਮਰੈ ਨਾ ਜਾਏ, ਭੂਲੀ ਫਿਰੈ ਧਨ ਇਆਣੀਆ। ਰੰਡ ਬੈਠੀ ਦੂਜੈ ਭਾਏ, ਰੰਡ ਬੈਠੀ ਦੂਜੈ ਭਾਏ। ਮਾਇਆ ਮੋਹਿ ਦੁਖ ਪਾਏ, ਆਪ ਕਟੈ ਤਨ ਛੀਜੈ। ਜੋ ਕਿਛ ਆਇਆ ਸਭ ਕਿਛ ਜਾਸੀ, ਦੁਖ ਲਾਗਾ ਭਾਏ ਦੂਜੈ। ਜਮ ਕਾਲ ਨ ਸੂਝੈ ਮਾਇਆ ਜਗ ਲੂਝੈ। ਲਾਭਾ ਲੋਭ ਚੇਤੋ ਲਾਏ, ਸੋ ਫਿਰ ਸਾਚਾ ਸਦ ਹੀ ਸਾਚਾ। ਨਾ ਉਹ ਮਰੈ ਨਾ ਜਾਏ, ਇਕ ਰੋਵਹਿ ਫਿਰ ਹੈ ਬਿਛੁੰਨੀਆ। ਅੰਧੀ ਨਾ ਜਾਣੈ ਫਿਰ ਨਾਲੇ, ਗੁਰ ਪ੍ਰਸਾਦੀ ਸਾਚਾ ਫਿਰ ਮਿਲੈ। ਅੰਤਰ ਸਦਾ ਸਮਾਲੇ, ਫਿਰ ਅੰਤਰ ਸਮਾਲੇ ਸਦਾ ਹੈ ਨਾਲੇ। ਮਨ ਮੁਖ ਜਾਤਾ ਦੂਰੇ, ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ। ਜਿਨ ਖਸਮ ਨਾ ਜਾਤਾ ਹਦੂਰੇ, ਨਾਨਕ ਸਾ ਧਨ ਮਿਲੈ ਮਿਲਾਈ। ਫਿਰ ਅੰਤਰ ਸਦਾ ਸੰਭਾਲੇ, ਇਕ ਰੋਵ ਹੈ ਫਿਰ ਹੈ ਬਿਛੁੰਨੀਆਂ। ਅੰਧੀ ਨਾ ਜਾਣੈ ਫਿਰ ਹੈ ਨਾਲੇ, ਨਾਨਕ ਸਾ ਧਨ ਮਿਲੈ ਮਿਲਾਈ। ਫਿਰ ਅੰਤਰ ਸਦਾ ਸੰਭਾਲੇ, ਇਕ ਰੋਵਹਿ ਫਿਰ ਹੈ ਬਿਛੁੰਨੀਆਂ। ਅੰਧੀ ਨਾ ਜਾਣੈ ਫਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਸਤਿਗੁਰੂ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ।
ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਕੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਤਿਲਕ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰਦੇਵ ਦੇ ਦਰਸ਼ਨ ਪਰਸ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਸਤਿਗੁਰੂ ਜੀ ਦੇ ਬਚਨਾਂ ਤੇ ਪਹਿਰਾ ਦੇ ਰਹੇ। ਤੁਰਕੀ ਬਾਣੀ ਅਕਾਲੀ ਬਾਣੀ ਦਾ ਸ਼ਬਦ ਕੀਰਤਨ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਅੱਜ ਦੀ ਪਾਵਨ ਹਾਜ਼ਰੀ ਜੋ ਆਸਾ ਜੀ ਦੀ ਵਾਰ ਦੀ ਹੈ ਭਰੀ ਹੈ ਆਪ ਜੀ ਨੇ ਸਰਵਣ ਕੀਤੀ ਹੈ। ਹੁਕਮਨਾਮਾ ਮੁਖ ਵਾਕ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦਾ ਆਸਰਾ ਆਪਣੇ ਹਿਰਦਿਆਂ 'ਚ ਵਸਾਈਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੜਹੰਸ ਮਹੱਲਾ ਤੀਜਾ। ਸੁਣਿਆ ਹੋ ਕੰਤ ਮਹੇਲੀ ਹੋ ਫਿਰ ਸੇਵ ਹੋ ਸ਼ਬਦ ਵਿਚਾਰ। ਵਡਹੰਸ ਰਾਗ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਸ੍ਰੀ ਮੁਖ ਵਾਕ ਮਹਾਵਾਕ ਉਚਾਰਨ ਕਰਕੇ ਸਾਡੇ ਸਾਰਿਆਂ ਦੇ ਬਲਦੇ ਸੜਦੇ ਤਪਦੇ ਹਿਰਦਿਆਂ ਨੂੰ ਸ਼ਾਂਤ ਕਰ ਰਹੇ ਨੇ। ਪਾਤਸ਼ਾਹ ਫਰਮਾਉਂਦੇ ਹਨ ਹੇ ਉਸ ਕੰਤ ਨਾਲ ਮਿਲਣ ਦੀ ਜਿਗਿਆਸਾ ਰੱਖਣ ਵਾਲਿਓ ਮਹੇਲਿਓ ਜੀਵ ਰੂਪੀ ਇਸਤਰੀਓ ਸੁਣੋ। ਉਸ ਕੰਤ ਹਰੀ ਅਕਾਲ ਪੁਰਖ ਨਾਲ ਮਿਲਣ ਦੀ ਜਿਗਿਆਸਾ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਹਿਰਦਿਆਂ ਵਿੱਚ ਹੈ ਜਿਹੜੀਆਂ ਚਾਹੁੰਦੀਆਂ ਨੇ ਕਿ ਅਸੀਂ ਉਸ ਪ੍ਰਭੂ ਨੂੰ ਮਿਲੀਏ ਉਹਦੇ 'ਚ ਭੇਦ ਹੋਈਏ। ਪਹਿਲਾਂ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਜਿਗਿਆਸਾ ਹੋਵੇ। ਜਿਹਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਜਿਗਿਆਸਾ ਹੈ ਉਹਨੂੰ ਕਹਿੰਦੇ ਨੇ ਜਗਿਆਸੂ। ਆਪਾਂ ਸਾਰੇ ਜਗਿਆਸੂ ਹਾਂ ਗੁਰੂ ਕੀ ਹਜ਼ੂਰੀ ਚ ਆਉਂਦੇ ਹਾਂ। ਕੋਈ ਨਾ ਕੋਈ ਆਸ ਸੰਸਾਰੀ ਪਦਾਰਥ ਦੀ ਸਾਡੇ ਦਿਲਾਂ ਵਿੱਚ ਹੈ। ਸੰਸਾਰ 'ਚ ਰਹਿੰਦੇ ਹਾਂ ਗ੍ਰਸਤ ਮਾਰਗ ਵਿੱਚ ਪ੍ਰਵਿਰਤ ਹਾਂ। ਅਨੇਕ ਪ੍ਰਕਾਰ ਦੀਆਂ ਆਸਾਵਾਂ ਸਾਡੇ ਦਿਲਾਂ ਵਿੱਚ ਗੁਰੂ ਸਾਹਿਬ ਪ੍ਰਤੀ ਹਨ। ਅਰਦਾਸਾਂ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਮਹਾਰਾਜ ਸਾਡੀ ਇਹ ਆਸ ਪੂਰੀ ਹੋ ਜਾਏ ਸਾਡੀ ਇਸ ਕਾਮਨਾ ਦੀ ਪੂਰਤੀ ਹੋ ਜਾਏ। ਸਤਿਗੁਰਾਂ ਕੋਲੋਂ ਹੀ ਮੰਗਣਾ ਹੈ ਹੋਰ ਗੁਰੂ ਸਾਹਿਬ ਤੋਂ ਬਿਨਾਂ ਸਾਡਾ ਕਿਹੜਾ ਕੋਈ ਆਸਰਾ ਹੈ। ਸਤਿਗੁਰਾਂ ਦੇ ਚਰਨਾਂ 'ਚੋਂ ਹੀ ਗੁਰੂ ਕੇ ਸਿੱਖ ਨੇ ਮੰਗਣਾ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਹੈ ਤੁਹਾਡੇ ਬਿਨਾਂ ਕੋਈ ਦਾਤਾ ਨਹੀਂ। ਸੰਸਾਰੀ ਆਸਾਂ ਦੇ ਨਾਲ ਨਾਲ ਸਾਡੇ ਹਿਰਦੇ ਵਿੱਚ ਇੱਕ ਦਿਨ ਐਸਾ ਆਵੇਗਾ ਜਿਸ ਦਿਨ ਪਰਮੇਸ਼ਰ ਨੂੰ ਮਿਲਣ ਦੀ ਆਸ ਜਾਗੇਗੀ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਆਸ ਜਦੋਂ ਜਾਗੇਗੀ ਤਾਂ ਦੁਨੀਆ ਦੀਆਂ ਬਾਕੀ ਸਾਰੀਆਂ ਆਸਾਂ ਜਿਹੜੀਆਂ ਨੇ ਉਹ ਸਮਾਪਤ ਹੋ ਜਾਣਗੀਆਂ। ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ। ਫਿਰ ਸੰਸਾਰ ਦੀਆਂ ਸਾਰੀਆਂ ਆਸਾਂ ਤੋਂ ਰਹਿਤ ਹੋ ਜਾਏਗਾ ਗੁਰਸਿੱਖ। ਕੇਵਲ ਪ੍ਰਭੂ ਨੂੰ ਮਿਲਣ ਦਾ ਚਾਅ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਣ ਦੀ ਆਸ ਹੋਵੇਗੀ
ਉਹਨੂੰ ਕਹਿੰਦੇ ਨੇ ਜਗਿਆਸੂ। ਇਹ ਹੁਣ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖਣੀ ਹੈ ਕਿ ਕੀ ਅਸੀਂ ਜਗਿਆਸੂ ਹਾਂ, ਕਿ ਸਾਡੇ ਅੰਦਰ ਉਸ ਪ੍ਰਭੂ ਨੂੰ ਮਿਲਣ ਦੀ ਤੜਫ ਹੈ, ਕਿ ਕਦੇ ਇਸ ਤਰ੍ਹਾਂ ਦੀ ਇੱਛਾ ਸਾਡੇ ਹਿਰਦੇ ਵਿੱਚ ਵੀ ਹੋਈ ਹੈ ਕਿ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲ। ਕਿ ਉਸ ਰੱਬ ਨੂੰ ਮਿਲਣ ਦੀ ਤੀਵਰ ਜਗਿਆਸਾ ਜਾਗੀ ਹੋਵੇ। ਜਿਨ੍ਹਾਂ ਅੰਦਰ ਜਾਗਦੀ ਹੈ ਆਸਾ, ਉਹਨਾਂ ਨੂੰ ਮਹਾਰਾਜ ਜੀ ਫਰਮਾਉਂਦੇ ਨੇ, ਹੇ ਉਸ ਕੰਤ ਨਾਲ ਜੁੜਿਓ ਹੋਈਓ ਮਹੇਲਿਓ, ਜੀਵ ਰੂਪੀ ਇਸਤਰੀਓ ਸੁਣੋ ਫਿਰ ਸੇਵਿਓ ਸ਼ਬਦ ਵਿਚਾਰੇ। ਉਸ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਕਰੋ, ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਕਰੋ। ਜਦੋਂ ਤੱਕ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਤਨੀ ਦੇਰ ਤੱਕ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੇ ਵਿੱਚ ਅਭੇਦਤਾ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ, ਸੁਣਿਓ ਕੰਤ ਮਹੇਲਿਓ ਫਿਰ ਸੇਵਿਓ ਸ਼ਬਦ ਵਿਚਾਰ। ਫਿਰ ਦੀ ਸੇਵਾ ਕਰੋ ਔਰ ਸ਼ਬਦ ਦੀ ਵਿਚਾਰ ਕਰੋ, ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਕਰੋ। ਆਪ ਗੁਣਵੰਤੀ ਪਿਰ ਨਾ ਜਾਣਾਈ, ਮੁੱਠੀ ਡੋਬੈ ਕੰਤ ਵਿਸਾਰ। ਜਿਹੜੀ ਜੀਵ ਰੂਪੀ ਇਸਤਰੀ ਅਵਗਣਿਆਰੀ ਹੈ, ਜਿਹਨੇ ਸਾਰੀ ਜ਼ਿੰਦਗੀ ਅਵਗਣੀ ਇਕੱਠੇ ਕੀਤੇ ਨੇ। ਜਦੋਂ ਸਾਨੂੰ ਦਿਸਦੇ ਅਵਗਣ ਨੇ ਤੇ ਅਵਗਣ ਇਕੱਠੇ ਕਰਾਂਗੇ, ਜਦੋਂ ਗੁਣ ਦਿਸਣਗੇ ਤੇ ਗੁਣਾਂ ਨੂੰ ਇਕੱਤਰ ਕਰਾਂਗੇ। ਪਰ ਸਾਨੂੰ ਗੁਣ ਨਹੀਂ ਦਿਸਦੇ, ਸਾਨੂੰ ਅਵਗਣ ਦਿਸਦੇ ਹਨ। ਕਿਸੇ ਦੀਆਂ 100 ਖੂਬੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ, ਉਹਦੇ 'ਚ ਇੱਕ ਕਮੀ ਹੋਵੇ ਸਾਨੂੰ ਨਜ਼ਰ ਆ ਜਾਂਦੀ ਹੈ। ਇਹ ਸੁਭਾਵ ਸਾਡਾ ਸਾਰਿਆਂ ਦਾ ਹੀ ਬਣਿਆ ਹੋਇਆ ਹੈ। ਕਿਸੇ ਦੀਆਂ ਕਈਆਂ 100 ਬਾਤਾਂ ਸਾਨੂੰ ਚੰਗੀਆਂ ਭਾਵੇਂ ਚੇਤੇ ਨਾ ਰਹਿਣ, ਪਰ ਕਿਤੇ ਇੱਕ ਬਾਤ ਐਸੀ ਹੋਵੇ ਜਿਹੜੀ ਸਾਡੇ ਮਨ ਨੂੰ ਨਹੀਂ ਸੁਖਾਉਂਦੀ, ਉਹ ਸਾਨੂੰ ਚੇਤੇ ਰਹੇਗੀ। ਕਿਉਂਕਿ ਅੰਦਰ ਅਵਗਣ ਨੇ ਤੇ ਅਵਗਣਾਂ ਨੂੰ ਇਕੱਤਰ ਕਰਦੇ ਹਾਂ। ਜਿਹੜਾ ਜਗਿਆਸੂ ਗੁਰਸਿੱਖ ਹੈ, ਉਹ ਆਪਣੇ ਹਿਰਦੇ ਵਿੱਚ ਗੁਣਾਂ ਨੂੰ ਇਕੱਤਰ ਕਰਦਾ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜ ਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜਿਆ ਅਵਗੁਣ ਚੱਲੀਐ। ਗੁਣਾਂ ਦੀ ਸਾਂਝ ਪਾਉਣੀ, ਜਿੱਥੋਂ ਗੁਣ ਮਿਲੇ ਗੁਣ ਨੂੰ ਗ੍ਰਹਿਣ ਕਰਨਾ ਹੈ। ਪਰ ਜੀਵ ਕੀ ਕਰਦਾ, ਅਵਗੁਣ ਇਕੱਠੇ ਕਰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਅਵਗੁਣਿਆਰੀ ਇਹ ਜੀਵ ਰੂਪੀ ਇਸਤਰੀ ਅਵਗੁਣਾਂ ਨਾਲ ਭਰੀ ਹੋਈ ਅਵਗੁਣਵੰਤੀ ਹੈ, ਤੇ ਅਵਗੁਣਾਂ ਵਾਲੀ ਹੋਣ ਕਰਕੇ ਪਿਰ ਨਾ ਜਾਣਈ। ਇਹ ਆਪਣੇ ਉਸ ਪਿਰਪਤੀ ਪਾਰ ਬ੍ਰਹਮ ਪਰਮੇਸ਼ਰ ਨੂੰ ਨਹੀਂ ਜਾਣਦੀ, ਕਿਉਂਕਿ ਅਵਗੁਣਾਂ ਨਾਲ ਭਰੀ ਹੋਈ ਹੈ। ਮੁੱਠੀ ਦਾ ਮਤਲਬ ਹੁੰਦਾ ਠੱਗੀ ਹੋਈ। ਇਹੋ ਜਿਹੀ ਜੀਵ ਰੂਪੀ ਇਸਤਰੀ ਠੱਗੀ ਹੋਈ ਹੈ ਮਾਇਆ ਕਰਕੇ। ਰੋਵੈ ਕੰਤ ਵਿਸਾਰ, ਆਪਣੇ ਉਸ ਕੰਤਪਤੀ ਪਾਰ ਬ੍ਰਹਮ ਪਰਮੇਸ਼ਰ ਨੂੰ ਵਿਸਾਰ ਕੇ ਇਹੋ ਜਿਹੀਆਂ ਜਿਹੜੀਆਂ ਠੱਗੀਆਂ ਹੋਈਆਂ ਜੀਵ ਰੂਪੀ ਇਸਤਰੀਆਂ ਨੇ, ਉਹ ਰੋਂਦੀਆਂ ਕੁਰਲਾਉਂਦੀਆਂ ਰਹਿੰਦੀਆਂ। ਉਹਨਾਂ ਦੇ ਪੱਲੇ ਰੋਣਾ ਧੋਣਾ ਪਿਆ ਰਹਿੰਦਾ, ਯਾਨੀ ਕਿ ਉਹਨਾਂ ਦਾ ਦੁੱਖ ਕਦੇ ਨਹੀਂ ਦੂਰ ਹੁੰਦਾ। ਉਸ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਸਦਾ ਹੀ ਜਨਮ ਮਰਨ ਦੇ ਦੁੱਖ ਨੂੰ ਭੋਗਦੀਆਂ ਹਨ। ਰੋਵੈ ਕੰਤ ਸੰਭਾਲ ਸਦਾ ਗੁਣ ਸਾਰ, ਨਾ ਫਿਰ ਮਰੈ ਨਾ ਜਾਏ। ਮਹਾਰਾਜ ਜੀ ਕਹਿੰਦੇ, ਉਸ ਕੰਤਪਤੀ ਪਰਮਾਤਮਾ ਦੇ ਗੁਣਾਂ ਦੀ ਸੰਭਾਲ ਕਰ, ਜਿਹੜਾ ਨਾ ਮਰਦਾ ਨਾ ਜੰਮਦਾ, ਅਬਨਾਸੀ ਹੈ। ਉਹਦੇ ਗੁਣਾਂ ਦੀ ਸਾਰ ਸੰਭਾਲ ਕਰ, ਔਰ ਉਹਦੇ ਗੁਣਾਂ ਦੀ ਸਾਰ ਸੰਭਾਲ ਕਰਕੇ ਉਹਦੇ ਵਿਛੋੜੇ ਦੀ ਤੜਫ ਦੇ ਵਿੱਚ ਰੋਵਣਾ ਕਰ। ਜੇ ਰੋਣਾ ਹੀ ਹੈ ਨਾ, ਤਾਂ ਉਹਦੇ ਵਿਛੋੜੇ ਦੀ ਤੜਫ ਵਿੱਚ ਰੋ। ਜਦੋਂ ਉਹਦੇ ਗੁਣਾਂ ਨੂੰ ਸੰਭਾਲੇ, ਉਦੋਂ ਉਹਦੇ ਵਿਛੋੜੇ ਦੀ ਤੜਫ ਵਿੱਚ ਤੇਰੇ ਨੇਤਰ ਭਰ ਆਵਣ, ਤੇਰੀ ਅੱਖਾਂ ਭਰ ਆਵਣ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਜਿਨ੍ਹਾਂ ਦੀਆਂ ਅੱਖਾਂ ਵਿੱਚ ਕਦੇ ਪਰਮੇਸ਼ਰ ਦੀ ਯਾਦ ਵਿੱਚ ਨੀਰ ਨਹੀਂ ਆਇਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜਿਨ੍ਹਾਂ ਦੀਆਂ ਕਦੇ ਅੱਖਾਂ ਨਹੀਂ ਭਰੀਆਂ, ਕਹਿੰਦੇ ਉਹ ਇਸ ਸੰਸਾਰ ਦੇ ਵਿੱਚ ਪੱਥਰਾਂ ਤੋਂ ਵੀ ਵੱਧ ਕੁਰਖਤ ਹਨ। ਪੱਥਰਾਂ ਤੋਂ ਵੀ ਵੱਧ ਕੁਰਖਤ ਹਨ।
ਸਾਹਿਬ ਕਹਿੰਦੇ ਜੇ ਰੋਣਾ ਹੈ ਤਾਂ ਉਸ ਕੰਤ ਦੇ ਗੁਣਾਂ ਨੂੰ ਸੰਭਾਲ ਕੇ, ਜਿਹੜਾ ਕੰਤ ਨਾ ਮਰਦਾ ਨਾ ਜੰਮਦਾ, ਉਹਦੇ ਗੁਣਾਂ ਨੂੰ ਸੰਭਾਲ ਕੇ, ਉਹਦੇ ਗੁਣਾਂ ਨੂੰ ਗਾਇਨ ਕਰਦੇ ਆ, ਉਹਦੇ ਗੁਣਾਂ ਨੂੰ ਸਰਵਣ ਕਰਦੇ ਆ, ਉਹਦੀ ਵਿਛੋੜੇ ਦੀ ਤੜਫ ਦੇ ਵਿੱਚ ਆਪਣੇ ਨੇਤਰਾਂ ਚੋਂ ਨੀਰ ਵਹਾ, ਯਾਨੀ ਕਿ ਰੋਵਣਾ ਕਰ, ਉਹ ਰੋਵਣਾ ਪ੍ਰਵਾਨ ਹੈ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਜਿਹੜੇ ਗੁਰਮੁਖ ਨੇ ਉਸ ਵਾਹਿਗੁਰੂ ਦੇ ਸਵਰੂਪ ਨੂੰ ਜਾਤਾ ਜਾਣਦੇ ਹਨ, ਔਰ ਸਤਿਗੁਰਾਂ ਦੇ ਸ਼ਬਦ ਵਿੱਚ ਅਭੇਦ ਹੋ ਜਾਂਦੇ ਨੇ, ਸ਼ਬਦ ਨੂੰ ਪਛਾਣ ਕੇ ਸਾਚਾ ਪ੍ਰੇਮ ਸਮਾਏ। ਉਸ ਸੱਚੇ ਸਾਹਿਬ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ 'ਚ ਉਹ ਸਮਾ ਜਾਂਦੇ ਹਨ, ਉਹਦੇ ਪ੍ਰੇਮ ਵਿੱਚ ਸदैवी ਕਾਲ ਵਾਸਤੇ ਅਭੇਦ ਹੋ ਜਾਂਦੇ ਹਨ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਬੇਦਾਤਾ, ਕੂੜ ਮੁਠੀ ਕੂੜਿਆਰੇ। ਜਿਨ੍ਹਾਂ ਨੇ ਆਪਣੇ ਉਸ ਪਿਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਨਹੀਂ ਜਾਤਾ, ਨਹੀਂ ਜਾਣਿਆ, ਕਰਮ ਵਿਧਾਤਾ, ਉਹ ਅਕਾਲ ਪੁਰਖ ਪਰਮੇਸ਼ਰ ਕਰਮ ਫਲ ਵਰਦਾਤਾ ਹੈ। ਸਾਡੇ ਕੀਤੇ ਕਰਮਾਂ ਮੁਤਾਬਕ ਉਹ ਸਾਰੀਆਂ ਵਿਧੀਆਂ ਬਣਾ ਦਿੰਦਾ ਹੈ, ਉਹ ਵਿਧੀਆਂ ਨੂੰ ਬਣਾਉਣ ਵਾਲਾ ਵਿਧਾਤਾ ਹੈ। ਜੈਸੇ ਜੈਸੇ ਕਰਮ ਅਸੀਂ ਕੀਤੇ ਹਨ, ਸਾਡੇ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਕਰਮਾਂ ਦੀ ਗਤੀ ਬੜੀ ਗਹਿਨ ਹੈ। ਕਿਸੇ ਬਗੀਚੇ ਵਿੱਚ ਅੱਖਾਂ ਨੇ ਪੱਕੇ ਹੋਏ ਅੰਬ ਵੇਖੇ, ਅੱਖਾਂ ਨਾਲ ਵੇਖੇ, ਪੈਰਾਂ ਨਾਲ ਟੁਰ ਕੇ ਗਿਆ। ਪੈਰਾਂ ਨਾਲ ਚੱਲ ਕੇ ਗਿਆ, ਪਰ ਪੈਰਾਂ ਨੇ ਉਹ ਅੰਬ ਤੋੜੇ ਨਹੀਂ, ਅੰਬ ਤੋੜੇ ਹੱਥਾਂ ਨੇ। ਮਾਲੀ ਆਇਆ, ਬਗੀਚੇ ਦਾ ਮਾਲਕ, ਵੇਖਿਆ ਮੇਰੇ ਬਗੀਚੇ ਚੋਂ ਮੇਰੀ ਆਗਿਆ ਤੋਂ ਬਿਨਾਂ ਅੰਬ ਪਿਆ ਤੋੜਦਾ, ਹੱਥ ਵਿੱਚ ਫੜੀ ਹੋਈ ਸੋਟੀ ਨਾਲ ਇਹਨੂੰ ਮਾਰਿਆ। ਅੰਬ ਹੱਥਾਂ ਨੇ ਤੋੜੇ, ਪਰ ਮਾਰ ਇਹਦੀ ਪਿੱਠ ਤੇ ਪਈ। ਹੁਣ ਪਿੱਠ ਦੇ ਉੱਤੇ ਮਾਰ ਪਈ, ਪਿੱਠ ਦੀਆਂ ਅੱਖਾਂ, ਪਿੱਠ ਦੇ ਵਿੱਚੋਂ ਪਾਣੀ ਨਹੀਂ ਵਗਿਆ, ਉਸ ਦਰਦ ਨਾਲ ਅੱਖਾਂ ਦੇ ਵਿੱਚੋਂ ਨੀਰ ਵਹਿਣ ਲੱਗ ਪਿਆ, ਕਿਉਂਕਿ ਕਰਮ ਅੱਖਾਂ ਨੇ ਕੀਤਾ ਸੀ ਤੇ ਇਸ ਕਰਕੇ ਪਾਣੀ ਵੀ ਅੱਖਾਂ ਚੋਂ ਵਹਿ ਰਿਹਾ ਹੈ। ਸਭ ਤੋਂ ਪਹਿਲਾਂ ਪ੍ਰਥਮ ਅੰਬ ਵੇਖੇ ਅੱਖਾਂ ਨੇ ਸਨ, ਤੇ ਜਿਸ ਨੇ ਕਰਮ ਕੀਤਾ ਉਸ ਨੂੰ ਫਲ ਮਿਲਿਆ, ਅੱਖਾਂ 'ਚੋਂ ਪਾਣੀ ਆਇਆ। ਇਹ ਹੈ ਕਰਮ ਦੀ ਫਿਲਾਸਫੀ। ਜੋ ਜੋ ਜੈਸਾ ਕਰਦਾ ਹੈ, ਆਪਣੇ ਹੀ ਕੀਤੇ ਕਰਮਾਂ ਦੇ ਮੁਤਾਬਕ ਇਸ ਨੂੰ ਫਲ ਭੋਗਣਾ ਪੈਂਦਾ, ਤੇ ਜਿਹੜਾ ਫਲ ਭੁਗਾਵੇ ਉਹਨੂੰ ਕਹਿੰਦੇ ਨੇ ਕਰਮ ਵਿਧਾਤਾ, ਕਰਮਾਂ ਦਾ ਵਿਧਾਤਾ। ਸਾਡੇ ਕਰਮਾਂ ਦੀ ਰਚਨਾ ਉਸ ਪਰਮੇਸ਼ਰ ਨੇ ਕੀਤੀ ਹੈ। ਜੈਸੇ ਜੈਸੇ ਕਰਮ ਕਰਦੇ ਆ, ਉਹਦੇ ਮੁਤਾਬਕ ਪੂਰਾ ਲੇਖਾ ਜੋਖਾ ਹਿਸਾਬ ਕਿਤਾਬ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਕੀਤੀ। ਉਹਨੂੰ ਜਾਣਿਆ ਹੀ ਨਹੀਂ ਇਹਨੇ, ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ, ਉਹਨੂੰ ਜਾਣਿਆ ਹੀ ਨਹੀਂ ਜਿਹੜਾ ਕਰਮਾਂ ਦਾ ਵਿਧਾਤਾ। ਕੂੜ ਮੁੱਠੀ ਕੁੜਿਆਰੇ, ਝੂਠ ਦੇ ਵਿੱਚ ਲੱਗੀ ਹੋਈ ਹੈ ਜੀਵ ਰੂਪੀ ਇਸਤਰੀ, ਠੱਗੀ ਹੋਈ ਹੈ ਝੂਠੀ, ਆਪ ਝੂਠੀ ਹੈ ਔਰ ਝੂਠ ਵਿੱਚ ਲੱਗ ਕੇ ਠੱਗੀ ਹੋਈ ਹੈ। ਸੁਣਿਆ ਹੋ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰੇ। ਇਹ ਉਸ ਕੰਤ ਨਾਲ ਮਿਲਿਓ ਹੋਈਓ ਜੀਵ ਰੂਪੀ ਇਸਤਰੀਓ, ਜੇ ਉਹਨੂੰ ਮਿਲਣਾ ਚਾਹੁੰਦੀਆਂ ਹੋ ਤਾਂ ਫਿਰ ਸ਼ਬਦ ਦੀ ਵਿਚਾਰ ਕਰੋ, ਗੁਰਬਾਣੀ ਦੀ ਵਿਚਾਰ ਕਰੋ। ਗੁਰਦੇਵ ਦਾ ਹੁਕਮ ਹੈ ਸ਼ਬਦ ਵਿਚਾਰ ਦਾ। ਇਹ ਮਰਿਆਦਾ ਹੈ ਨਾ, ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਕਥਾ ਹੁੰਦੀ ਗੁਰੂ ਘਰਾਂ ਵਿੱਚ, ਸ਼ਬਦ ਵਿਚਾਰ ਹੁੰਦੀ, ਗੁਰਬਾਣੀ ਦੀ ਵਿਚਾਰ ਹੁੰਦੀ। ਇਹ ਮਰਿਆਦਾ ਗੁਰੂ ਸਾਹਿਬ ਨੇ ਆਪਣੇ ਸਮੇਂ ਤੋਂ ਬੰਨੀ ਹੈ।
ਕਿ ਸ਼ਬਦ ਦੀ ਵਿਚਾਰ ਤੋਂ ਬਿਨਾਂ ਗੱਲ ਨਹੀਂ ਜੇ ਬਣਨੀ। ਜੇ ਤੁਸੀਂ ਚਾਹੁੰਦੀਆਂ ਹੋ ਉਸ ਪਰਮੇਸ਼ਰ ਨੂੰ ਮਿਲਣਾ ਤਾਂ ਫਿਰ ਸ਼ਬਦ ਵਿਚਾਰੋ। ਸ਼ਬਦ ਦੀ ਵਿਚਾਰ ਕਰਕੇ ਜੋ ਸ਼ਬਦ ਵਿੱਚ ਕਿਹਾ ਗਿਆ ਉਹਨੂੰ ਆਪਣੇ ਹਿਰਦੇ 'ਚ ਵਸਾਓ। ਹਿਰਦੇ 'ਚ ਵਸਾ ਕੇ ਉਹਦੇ ਮੁਤਾਬਕ ਚੱਲੋ, ਉਹਦੀ ਕਮਾਈ ਕਰੋ। ਸੁਣ ਕੇ ਮੰਨ ਕੇ ਫਿਰ ਉਹਨੂੰ ਕਮਾਉਣਾ। ਹਾਂਜੀ, ਸਭ ਜਗ ਆਪ ਉਪਾਇਓ ਨਾ, ਆਵਣ ਜਾਣ ਸੰਸਾਰਾ। ਇਹ ਸਾਰਾ ਜਗ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ। ਪਹਿਲੀ ਗੱਲ ਇਹ ਜਾਣ ਲੈਣੀ ਚਾਹੀਦੀ ਹੈ। ਪਰਮੇਸ਼ਰ ਸਿਰਜਣਹਾਰ ਹੈ, ਅਕਾਲ ਪੁਰਖ ਕਰਤਾਰ, ਇਸ ਸ੍ਰਿਸ਼ਟੀ ਦਾ ਰਚਨਾਕਾਰ ਹੈ। ਉਸੇ ਦੀ ਰਚੀ ਹੋਈ ਇਹ ਰਚਨਾ ਹੈ ਸੰਸਾਰ। ਉਹਨੇ ਰਚੀ ਹੈ ਤਾਂ ਸੱਚ ਨੇ ਬਣਾਈ ਹੈ, ਇਸ ਕਰਕੇ ਸੱਚੀ ਭਾਸਦੀ ਹੈ। ਸੱਚੇ ਨੇ ਬਣਾਈ ਹੈ ਨਾ, ਇਸ ਕਰਕੇ ਸੱਚੀ ਲੱਗਦੀ ਹੈ ਇਹ ਰਚਨਾ, ਪਰ ਸੱਚ ਹੈ ਨਹੀਂ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਇਹ ਰਚਨਾ ਝੂਠੀ ਹੈ, ਪਰ ਸੱਚੇ ਨੇ ਬਣਾਈ ਹੈ ਚੂੰਕਿ ਤਾਂ ਸੱਚ ਭਾਸਦੀ ਹੈ। ਤੋ ਇਹ ਸਾਰਾ ਜਗ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਉਪਾਇਆ। ਆਵਣ ਜਾਣ ਸੰਸਾਰ, ਇਹਦੇ ਵਿੱਚ ਸੰਸਾਰ ਦੇ ਜੀਵ ਆ ਰਹੇ ਨੇ ਔਰ ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ। ਇਹ ਆਵਾਗਾਉਣ ਦੀ ਖੇਡ ਪਾਰ ਬ੍ਰਹਮ ਪਰਮੇਸ਼ਰ ਦੀ ਬਣਾਈ ਹੋਈ, ਔਰ ਇਹ ਆਵਾਗਾਉਣ ਦੀ ਰਚਨਾ ਵਿੱਚ ਸਾਰੇ ਜੀਵ ਆ ਜਾ ਰਹੇ ਨੇ। ਇਹਨੂੰ ਕਹਿੰਦੇ ਆਵਾਗਾਉਣ ਦਾ ਸਿਧਾਂਤ। ਗੁਰਬਾਣੀ ਔਰ ਗੁਰਮਤ ਆਵਾਗਾਉਣ ਦੇ ਸਿਧਾਂਤ ਨੂੰ ਮੰਨਦੀ ਹੈ। ਬਹੁਤ ਸਾਰੇ ਮਤ ਐਸੇ ਨੇ, ਬਹੁਤ ਸਾਰੇ ਸੰਸਾਰ ਦੇ ਵਿੱਚ ਮਜ਼ਹਬ ਐਸੇ ਨੇ ਜਿਹੜੇ ਆਵਾਗਾਉਣ ਦੇ ਸਿਧਾਂਤ ਨੂੰ ਨਹੀਂ ਮੰਨਦੇ। ਉਹ ਕਹਿੰਦੇ ਕੋਈ ਜਨਮ ਮਰਨ ਨਹੀਂ ਹੁੰਦਾ, ਬਸ ਇਹੀ ਜਨਮ ਹੈ, ਇਹਦੇ ਵਿੱਚ ਹੀ ਸਭ ਕੁਝ ਸਮਾਪਤ ਹੈ। ਪਰ ਗੁਰਬਾਣੀ ਕਹਿੰਦੀ ਆਵਾਗਾਉਣ ਹੈ, ਜਨਮ ਮਰਨ ਹੈ। ਤੇ ਜੇ ਗੁਰਬਾਣੀ ਕਹਿ ਰਹੀ ਹੈ ਜਨਮ ਮਰਨ ਹੈ, ਆਵਾਗਾਉਣ ਹੈ, ਤਾਂ ਗੁਰੂ ਕਾ ਸਿੱਖ ਕਿਸੇ ਵੀ ਪ੍ਰਕਾਰ ਦਾ ਕਿੰਤੂ ਨਹੀਂ ਕਰ ਸਕਦਾ, ਕਿਉਂਕਿ ਜੋ ਗੁਰਬਾਣੀ ਨੇ ਕਹਿ ਦਿੱਤਾ ਗੁਰੂ ਕੇ ਸਿੱਖ ਵਾਸਤੇ ਇਹੀ ਅੰਤਮ ਫੈਸਲਾ ਹੈ। ਅੰਤਮ ਫੈਸਲਾ। ਇਸ ਕਰਕੇ ਸਿੱਖ ਸਮਾਜ ਵਿੱਚ ਵੀ ਬਹੁਤ ਸਾਰੇ ਐਸੇ ਅਨਸਰ ਹਨ ਜਿਹੜੇ ਕਹਿੰਦੇ ਜੀ ਕੋਈ ਜਨਮ ਮਰਨ ਨਹੀਂ ਹੁੰਦਾ। ਉਹਨਾਂ ਉੱਤੇ ਪ੍ਰਭਾਵ ਹੈ ਉਹਨਾਂ ਮਤਾਂ ਦਾ ਜਿਹੜੇ ਮਤ ਇਸ ਗੱਲ ਤੋਂ ਮੁਨਕਰ ਨੇ। ਪਾਤਸ਼ਾਹ ਕਹਿ ਰਹੇ ਨੇ ਵੀ ਆਵਣ ਜਾਣ ਦੀ ਖੇਡ ਸੰਸਾਰ 'ਚ ਪਰਮੇਸ਼ਰ ਨੇ ਬਣਾਈ ਹੈ, ਜੀਵ ਆਉਂਦੇ ਜਾਂਦੇ ਰਹਿੰਦੇ ਨੇ। ਜਦੋਂ ਪਾਤਸ਼ਾਹ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਤਾਂ ਇਹਦਾ ਮਤਲਬ ਹੈ ਜਨਮ ਮਰਨ, ਕਈ ਵਾਰੀ ਜੰਮੇ ਆ, ਕਈ ਵਾਰੀ ਮਰੇ। ਇਸੇ ਕਰਕੇ ਕਈਆਂ ਨੂੰ ਪੂਰਵ ਜਨਮ ਦਾ ਆਭਾਸ ਹੋਣ ਲੱਗ ਪੈਂਦਾ। ਪੂਰਵ ਜਨਮ ਦਾ ਆਭਾਸ ਕਈਆਂ ਨੂੰ ਹੋਇਆ, ਉਹਨਾਂ ਆਖਿਆ ਸਾਡਾ ਪੂਰਬਲਾ ਜਨਮ ਆ ਸੀ। ਤੋ ਜਨਮ ਮਰਨ ਹੈ, ਉਰੇ ਬੜਾ ਭਿਆਨਕ ਦੁੱਖ ਹੈ। ਮਹਾਰਾਜ ਜੀ ਕਹਿੰਦੇ ਸਾਰਾ ਜਗ ਪਰਮੇਸ਼ਰ ਨੇ ਉਪਾਇਆ, ਬਣਾ ਕੇ, ਸਿਰਜ ਕੇ, ਪੈਦਾ ਕਰਕੇ, ਫਿਰ ਸੰਸਾਰ ਦੇ ਸਮਸਤ ਜੀਵਾਂ ਨੂੰ ਆਵਾਗਾਉਣ ਦੇ ਵਿੱਚ ਉਲਝਾ ਦਿੱਤਾ ਹੈ। ਮਾਇਆ ਮੋਹ ਖੁਆਇਆ ਨਾ, ਮਰ ਜੰਮੈ ਵਾਰੋ ਵਾਰਾ। ਮਾਇਆ ਦੇ ਮੋਹ ਵਿੱਚ ਜੀਵ ਖੁਆਏ ਹੋਏ ਨੇ। ਖੁਆਏ ਹੋਏ ਦਾ ਮਤਲਬ ਹੁੰਦਾ ਭੁਲਾਏ ਹੋਏ ਨੇ। ਮਾਇਆ ਦੇ ਮੋਹ ਵਿੱਚ ਜੀਵ ਭੁੱਲੇ ਹੋਏ ਨੇ ਆਪਣੇ ਅਸਲ ਸਵਰੂਪ ਨੂੰ, ਪਰਮੇਸ਼ਰ ਨੂੰ। ਅਸੀਂ ਕੀ ਕਰਨ ਆਏ ਆ ਉਹ ਵੀ ਭੁੱਲਿਆ ਹੋਇਆ ਉਹਨਾਂ ਨੂੰ। ਮਾਇਆ ਦੇ ਮੋਹ ਵਿੱਚ ਜਿਹੜੇ ਜੀਵ ਲੱਗੇ ਹੋਏ ਨੇ ਉਹ ਖੁਆਇਨ ਭਾਵ ਭੁੱਲੇ ਹੋਏ ਨੇ, ਆਪਣੇ ਪ੍ਰਯੋਜਨ ਨੂੰ ਭੁੱਲੇ ਹੋਏ ਨੇ, ਆਪਣੇ ਮਨੋਰਥ ਨੂੰ ਭੁੱਲੇ ਹੋਏ ਨੇ। ਇਸੇ ਕਰਕੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਨੇ। ਮਰ ਜੰਮੈ ਵਾਰੋ ਵਾਰਾ।
ਬਾਰ-ਬਾਰ ਜੰਮਦੇ ਨੇ, ਬਾਰ-ਬਾਰ ਮਰਦੇ ਨੇ, ਕਿਉਂਕਿ ਨਿਜ ਰੂਪ ਨੂੰ ਭੁੱਲੇ ਹੋਏ ਹਨ। ਮਰ ਜੰਮੈ ਬਾਰੋ ਵਾਰਾ ਬਧੈ ਬੇਕਾਰਾ ਗਿਆਨ ਬੇਹੂਣੀ ਮੁਠੀ। ਪਾਤਸ਼ਾਹ ਕਹਿੰਦੇ ਜਦੋਂ ਇਹ ਮੁੜ-ਮੁੜ ਕੇ ਮਰਦਾ ਤੇ ਜੰਮਦਾ ਹੈ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਦੋਂ ਇਹ ਜੀਵ ਮੁੜ-ਮੁੜ ਕੇ ਜੰਮਦਾ ਮਰਦਾ ਤੇ ਫਿਰ ਇਹਦੇ 'ਚ ਵਿਕਾਰ ਵੀ ਵੱਧਦੇ ਨੇ। ਹਰ ਜਨਮ 'ਚ ਇਹਦੇ ਵਿਕਾਰ ਵੱਧਦੇ ਨੇ। ਜਿਵੇਂ ਸੱਪ ਦੀ ਉਮਰ ਜਿਵੇਂ-ਜਿਵੇਂ ਵੱਧਦੀ ਹੈ ਉਹਦੇ 'ਚ ਜ਼ਹਿਰ ਵੀ ਉਨਾ ਛੇਤੀ ਵੱਧਦਾ। ਇਸੇ ਤਰ੍ਹਾਂ ਜਿਵੇਂ-ਜਿਵੇਂ ਇਹ ਜੰਮਦਾ ਮਰਦਾ ਤਿਵੇਂ-ਤਿਵੇਂ ਇਹਦੇ ਅੰਦਰ ਵਿਕਾਰ ਵੱਧਦੇ ਨੇ। ਅੰਤਸ਼ਕਰਨ ਹੋਰ ਮਲੀਨ, ਇੱਕ ਜਨਮ ਦਾ ਮੈਲਾ ਹੋਇਆ, ਦੂਜੇ ਜਨਮ 'ਚ ਹੋਰ ਮਲੀਨ ਹੋਇਆ, ਤੀਜੇ 'ਚ ਹੋਰ ਮਲੀਨ ਹੋਇਆ, ਇਦਾਂ ਮੈਲਾ ਹੀ ਹੁੰਦਾ ਚਲਾ ਗਿਆ। ਗਿਆਨ ਵਿਹੋਣੀ ਮੁੱਠੀ, ਇਹ ਜੀਵ ਰੂਪੀ ਇਸਤਰੀ ਤਾਂ ਠੱਗੀ ਗਈ ਹੈ। ਮੁੱਠੀ ਦਾ ਮਤਲਬ ਠੱਗੀ ਗਈ ਹੈ, ਤਾਂ ਠੱਗੀ ਗਈ ਹੈ ਕਿਉਂਕਿ ਗਿਆਨ ਨਹੀਂ ਸੀ। ਗਿਆਨ ਹੁੰਦਾ ਤੇ ਠੱਗੀ ਨਾ ਜਾਂਦੀ। ਹਮੇਸ਼ਾ ਉਹੀ ਮਨੁੱਖ ਠੱਗੇ ਜਾਂਦੇ ਨੇ ਜਿਹੜੇ ਗਿਆਨ ਵਿਹੂਣੇ ਹੋਣ। ਜਿਨ੍ਹਾਂ ਨੂੰ ਪ੍ਰਥਮ ਗਿਆਨ ਹੋ ਜਾਏ ਵੀ ਇਹ ਠੱਗੀ ਕਰਨ ਵਾਲਾ ਆਦਮੀ ਹੈ, ਇਹਦੀਆਂ ਗੱਲਾਂ ਵਿੱਚ ਨਹੀਂ ਆਉਣਾ, ਉਹ ਨਹੀਂ ਠੱਗਿਆ ਜਾਂਦਾ। ਅੱਜ ਕੱਲ ਤਾਂ ਫੋਨ ਕਾਲਾਂ ਦੇ ਉੱਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਬਹੁਤ ਸਾਰੇ ਇਦਾਂ ਦੇ ਮਾਮਲੇ ਅੱਜ ਦੇ ਵਰਤਮਾਨ ਦੇ ਸਮੇਂ 'ਚ ਚੱਲ ਰਹੇ ਨੇ। ਫੋਨ ਕਰਕੇ ਅਸੀਂ ਤੁਹਾਡੇ ਸੰਬੰਧੀ ਹਾਂ, ਮਿੱਤਰ ਹਾਂ, ਜਾਂ ਹੋਰ ਕਿਸੇ ਤਰੀਕੇ ਨਾਲ ਡਰਾਵਾ ਦੇ ਕੇ ਲੋਕਾਂ ਦੇ ਪੈਸੇ ਜਿਹੜੇ ਨੇ ਉਹ ਹੜੱਪ ਰਹੇ ਨੇ। ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਫਿਰ ਉਹਨਾਂ ਦੇ ਝਾਂਸੇ 'ਚ ਨਹੀਂ ਆਉਂਦੇ। ਇਹ ਉਦਾਹਰਣ ਹੈ। ਗਿਆਨ ਵਿਹੂਣੇ ਠੱਗੇ ਗਏ। ਪਾਤਸ਼ਾਹ ਕਹਿੰਦੇ ਜੀਵ ਰੂਪੀ ਇਸਤਰੀ ਨੂੰ ਮਾਇਆ ਨੇ ਠੱਗਿਆ। ਕਿਵੇਂ ਠੱਗਿਆ? ਕਿਉਂਕਿ ਇਹਨੂੰ ਗਿਆਨ ਨਹੀਂ ਸੀ ਵੀ ਇਹ ਠੱਗ ਰਹੀ ਹੈ। ਮਾਇਆ ਦੀਆਂ ਮੋਮੋ ਠੱਗਣੀਆਂ ਇਹਨੂੰ ਸਮਝ ਨਹੀਂ ਆਈਆਂ। ਇਹਨੇ ਆਖਿਆ ਇਹ ਤਾਂ ਬੜੀ ਪਿਆਰੀ ਹੈ, ਇਹ ਤਾਂ ਬੜਾ ਸੁੱਖ ਦਿੰਦੀ ਹੈ, ਇਹ ਮਾਇਆ ਤਾਂ ਬੜਾ ਪ੍ਰੇਮ ਕਰਦੀ ਹੈ, ਇਸ ਮਾਇਆ ਨਾਲ ਤਾਂ ਬੜੇ ਸੁੱਖ ਪ੍ਰਾਪਤ ਹੁੰਦੇ ਆ। ਮਾਇਆ ਦੀਆਂ ਲੁਭਾਵਣੀਆਂ ਮੋਮੋ ਠੱਗਣੀਆਂ ਨੂੰ ਵੇਖ ਕੇ ਗਿਆਨ ਵਿਹੂਣਾ ਮਨੁੱਖ ਠੱਗਿਆ ਗਿਆ। ਕਦੇ ਕਾਮ ਕਰਕੇ, ਕਦੇ ਕ੍ਰੋਧ ਕਰਕੇ, ਕਦੇ ਲੋਭ ਕਰਕੇ, ਏਦਾਂ ਇਹ ਜੀਵ ਠੱਗਿਆ ਗਿਆ। ਬਿਨ ਸ਼ਬਦੈ ਫਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗੁਣ ਆਦਿ ਝੂਠੀ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਨਿਰੰਕਾਰ ਪਿਰਪਤੀ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਕੇ ਉਪਦੇਸ਼ ਬਿਨਾਂ ਰੱਬ ਨਹੀਂ ਮਿਲਦਾ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਪਿਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਸ਼ਬਦ ਫਿਰ ਨਾ ਪਾਇਓ ਜਨਮ ਗਵਾਇਓ। ਇਹਨੇ ਆਪਣਾ ਜਨਮ ਵਿਅਰਥ ਗਵਾ ਲਿਆ। ਰੋਵੈ ਅਵਗੁਣ ਹਾਰੀ ਝੂਠੀ, ਝੂਠ 'ਚ ਠੱਗੀ ਹੋਈ। ਅਵਗੁਣਿਆਰੀ ਜੀਵ ਰੂਪੀ ਇਸਤਰੀ ਫਿਰ ਰੋਂਦੀ ਕੁਰਲਾਉਂਦੀ ਹੈ। ਜਨਮ ਮਰਨ ਦੇ ਦੁੱਖ ਦੇ ਵਿੱਚ ਦੁਖੀ ਤੇ ਵਿਆਕੁਲ ਤੇ ਬੇਬਲ ਹੁੰਦੀ ਹੈ, ਔਰ ਰੋਂਦੀ ਕੁਰਲਾਉਂਦੀ ਦੀ ਜ਼ਿੰਦਗੀ ਬੀਤ ਜਾਂਦੀ ਹੈ, ਨਿਸ਼ਫਲ ਬੀਤ ਜਾਂਦੀ ਹੈ। ਫਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੈ ਕੰਤ ਵਿਸਾਰੇ। ਜਿਨ੍ਹਾਂ ਦਾ ਫਿਰ ਉਸ ਜਗਤ ਦਾ ਜੀਵਨ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ, ਉਹ ਕਾਹਨੂੰ ਰੋਂਦੇ ਆ? ਕਿਸ ਨੂੰ ਰੋਈਏ? ਉਹ ਕਹਿੰਦੇ ਕਿਹਨੂੰ ਰੋਈਏ? ਜਦੋਂ ਉਹਨਾਂ ਨੂੰ ਜਗਤ ਦਾ ਜੀਵਨ ਪਰਮੇਸ਼ਰ ਅਕਾਲ ਪੁਰਖ ਪਿਰ ਦੇ ਰੂਪ 'ਚ ਮਿਲ ਗਿਆ, ਉਹ ਕਹਿੰਦੇ ਕਿਸ ਨੂੰ ਰੋਈਏ? ਰੋਂਦੀਆਂ ਕੌਣ ਨੇ? ਰੋਵੈ ਕੰਤ ਵਿਸਾਰੇ। ਜਿਹੜੀਆਂ ਉਸ ਕੰਤ ਨੂੰ ਵਿਸਾਰ ਦਿੰਦੀਆਂ ਨੇ, ਭੁਲਾ ਦਿੰਦੀਆਂ ਨੇ, ਉਹ ਰੋਂਦੀਆਂ ਨੇ। ਜਿਨ੍ਹਾਂ ਨੂੰ ਕੰਤ ਚੇਤੇ ਆ ਉਹ ਕਹਿੰਦੇ ਕਿਉਂ ਰੋਈਏ? ਉਹ ਕੰਤ ਮੇਰੇ ਸਿਰ ਦੇ ਉੱਤੇ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਰੋਂਦੇ ਉਹ ਨੇ, ਕੁਰਲਾਉਂਦੇ ਉਹ ਨੇ ਜਿਨ੍ਹਾਂ ਨੇ ਆਪਣੇ ਉਸ ਕੰਤ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ, ਭੁਲਾ ਦਿੱਤਾ। ਇਸ ਕਰਕੇ ਮਹਾਂਪੁਰਸ਼ ਕਹਿੰਦੇ ਆਪਣੇ ਗੁਰੂ ਅੱਗੇ ਅਰਜ਼ੋਈਆਂ ਕਰੋ ਕਿ ਹੇ ਵਿਧਾਤਾ ਜੀ, ਹੇ ਨਿਰੰਕਾਰ ਜੀ, ਕਿਰਪਾ ਕਰਿਓ, ਨਾ ਸਾਡੇ ਹਿਰਦੇ ਚੋਂ ਵਿਸਰਿਓ ਤੇ ਨਾ ਵਿਸਾਰਿਓ।
ਨਾ ਭੁੱਲਿਓ ਨਾ ਭੁਲਾਇਓ, ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਿਸਾਰੀ। ਕਿਉਂਕਿ ਜਦੋਂ ਤੁਸੀਂ ਵਿਸਰਦੇ ਹੋ ਫਿਰ ਰੋਣਾ ਪੈਂਦਾ। ਉਸ ਕੰਤ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਵਿਸਾਰ ਕੇ ਇਹ ਜੀਵ ਰੂਪੀ ਇਸਤਰੀ ਰੋਂਦੀ ਕੁਰਲਾਉਂਦੀ ਹੈ। ਸਭ ਜਗ ਆਪ ਉਪਾਇਓ ਨਾ, ਆਵਨ ਜਾਨ ਸੰਸਾਰੇ। ਇਹ ਸਾਰਾ ਜਗ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਪੈਦਾ ਕੀਤਾ। ਉਸੇ ਦੀ ਰਚੀ ਹੋਈ ਰਚਨਾ ਹੈ। ਇਹ ਸ੍ਰਿਸ਼ਟੀ ਉਸੇ ਦੀ ਬਣਾਈ ਹੋਈ ਹੈ। ਆਪ ਹੀ ਸਾਰੇ ਜਗਤ ਨੂੰ ਪਾ ਕੇ ਆਵਣ ਜਾਣ ਸੰਸਾਰੇ। ਆਵਾ ਗੌਣ ਦੀ ਰਚਨਾ ਸੰਸਾਰ 'ਚ ਰਚੀ ਹੈ। ਪੂਰਾਂ ਦੇ ਪੂਰ ਭਰ ਕੇ ਜੀਵ ਜੰਮ ਰਹੇ ਨੇ ਤੇ ਪੂਰਾਂ ਦੇ ਪੂਰ ਭਰ ਕੇ ਜੀਵ ਮਰ ਰਹੇ ਨੇ। ਇਹ ਆਵਾ ਗੌਣ ਦੀ ਰਚਨਾ, ਆਵਣ ਜਾਣ ਦੀ ਰਚਨਾ ਵਾਹਿਗੁਰੂ ਪਰਮੇਸ਼ਰ ਦੀ ਰਚੀ ਹੋਈ ਹੈ। ਜੋ ਦਿਨ ਆਵਹਿ ਸੋ ਦਿਨ ਜਾਹੀ। ਜਿਵੇਂ ਦਿਨ ਆਉਂਦਾ ਚਲਿਆ ਜਾਂਦਾ, ਏਦਾਂ ਸੰਸਾਰ ਵਿੱਚ ਜੀਵ ਆਉਂਦੇ ਤੇ ਜਾ ਰਹੇ ਨੇ। ਪਾਤਸ਼ਾਹ ਕਹਿੰਦੇ ਜਿਵੇਂ ਮਹੀਨੇ ਮੁੜ ਮੁੜ ਕੇ ਆਉਂਦੇ ਆ, ਥਿੱਤਾਂ ਮੁੜ ਮੁੜ ਕੇ ਆਉਂਦੀਆਂ ਨੇ, ਵਾਰ ਮੁੜ ਮੁੜ ਕੇ ਆਉਂਦੇ ਆ, ਰੁੱਤਾਂ ਮੁੜ ਮੁੜ ਕੇ ਆਉਂਦੀਆਂ ਨੇ, ਏਦਾਂ ਹੀ ਜੀਵ ਸੰਸਾਰ ਦੇ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਆ। ਮਹਾਰੁੱਤੀ ਆਵੈ ਵਾਰ ਵਾਰ, ਦਿਨ ਸਰੈਣ ਤਿਵੈ ਸੰਸਾਰ। ਜਿਵੇਂ ਮਹੀਨੇ ਤੇ ਰੁੱਤਾਂ ਮੁੜ ਮੁੜ ਆਉਂਦੀਆਂ ਨੇ, ਦਿਨ ਤੇ ਰਾਤ ਮੁੜ ਮੁੜ ਆਉਂਦੇ ਐ, ਏਦਾਂ ਇਹ ਸੰਸਾਰ ਦੇ ਜੀਵ ਨੇ ਜਨਮਦੇ ਤੇ ਮਰਦੇ ਨੇ, ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ। ਇਹ ਰਚਨਾ ਅਕਾਲ ਪੁਰਖ ਪਰਮੇਸ਼ਰ ਦੀ ਰਚੀ ਹੋਈ ਹੈ। ਸੋ ਫਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੈ ਨਾ ਜਾਏ। ਉਹ ਫਿਰ ਪਤੀ ਪਰਮਾਤਮਾ ਸੱਚਾ ਹੈ, ਤਰਈ ਕਾਲ ਸੱਚਾ ਹੈ। ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੈ। ਸਦ ਹੀ ਸਾਚਾ ਹੈ, ਉਹ ਸਦਾ ਹੀ ਸੱਚਾ ਹੈ। ਆਦ ਸੱਚ ਵਾਹਿਗੁਰੂ, ਜੁਗਾਦ ਸੱਚ ਵਾਹਿਗੁਰੂ। ਆਦ ਸੱਚ ਵਾਹਿਗੁਰੂ, ਜੁਗਾਦ ਸੱਚ ਵਾਹਿਗੁਰੂ। ਹੈ ਭੀ ਸੱਚ ਵਾਹਿਗੁਰੂ, ਹੋਸੀ ਸੱਚ ਵਾਹਿਗੁਰੂ। ਹੈ ਭੀ ਸੱਚ ਵਾਹਿਗੁਰੂ, ਹੋਸੀ ਸੱਚ ਵਾਹਿਗੁਰੂ। ਉਹੀ ਸੱਚ ਹੈ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦਾ ਹੀ ਸੱਚਾ ਹੈ, ਜੋ ਸਦਾ ਰਹਿਣ ਵਾਲਾ ਹੈ। ਨਾ ਉਹ ਮਰੈ ਨਾ ਜਾਏ, ਨਾ ਉਹ ਮਰਦਾ ਤੇ ਨਾ ਜੰਮਦਾ। ਜਿਹੜਾ ਜੰਮੇ ਮਰੇ ਉਹ ਸੱਚ ਥੋੜੀ ਹੈ। ਜਿਹੜਾ ਜੰਮਣ ਮਰਨ ਵਿੱਚ ਆ ਉਹ ਸੱਚ ਨਹੀਂ। ਅਕਾਲ ਪੁਰਖ ਸੱਚਾ ਇਸ ਕਰਕੇ ਨਾ ਜੰਮਦਾ ਤੇ ਨਾ ਮਰਦਾ। ਉਹ ਨਾ ਜਨਮ, ਉਹਦੇ ਪਿਆਰੇ ਵੀ ਜਨਮ ਮਰਨ ਵਿੱਚ ਨਹੀਂ, ਉਹ ਆਪ ਤਾਂ ਕਿੱਥੇ ਜਨਮ ਮਰਨ ਵਿੱਚ ਹੋਵੇਗਾ। ਆਖੋ ਸਤਿਨਾਮ ਸੇ। ਉਹਦੇ ਜਿਹੜੇ ਭਗਤ ਆ ਉਹ ਵੀ ਜਨਮ ਮਰਨ ਵਿੱਚ ਨਹੀਂ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਤੇ ਫਿਰ ਉਹ ਆਪ ਕਿਵੇਂ ਜਨਮ ਮਰਨ ਚ ਹੋਵੇਗਾ ਬਈ? ਜੇ ਉਹਦੀ ਬੰਦਗੀ ਕਰਨ ਵਾਲੇ ਜਨਮ ਮਰਨ ਵਿੱਚ ਨਹੀਂ। ਇਸ ਕਰਕੇ ਉਹ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ। ਭੂਲੀ ਫਿਰੈ ਧਨ ਇਆਣੀਆ, ਰੰਡ ਬੈਠੀ ਦੂਜੈ ਪਾਏ। ਇਆਣੀ ਨਾ ਸਮਝ ਜੀਵ ਰੂਪੀ ਇਸਤਰੀ ਆਪਣੇ ਪਿਰ ਪਰਮੇਸ਼ਰ ਨੂੰ ਭੁੱਲੀ ਬੈਠੀ ਹੈ। ਆਪਣੇ ਰੱਬ ਨੂੰ, ਆਪਣੇ ਸਾਹਿਬ ਨੂੰ, ਆਪਣੇ ਪਤੀ ਨੂੰ ਭੁੱਲੀ ਬੈਠੀ ਹੈ। ਰੰਡ ਬੈਠੀ ਦਾ ਮਤਲਬ ਹੁੰਦਾ ਵੀ ਜਨਮ ਤੋਂ ਹੀ, ਰੰਡ ਦਾ ਮਤਲਬ ਵਿਛੜੀ ਹੋਈ ਹੈ ਉਹਦੇ ਤੋਂ। ਔਰ ਦੂਜੇ ਭਾਵ ਵਿੱਚ ਦੁਬਦਾ ਵਿੱਚ ਬੈਠੀ ਹੋਈ ਹੈ। ਦੁਬਦਾ ਵਿੱਚ ਹੋਣ ਕਰਕੇ ਬੈਠੀ ਹੋਈ ਹੈ। ਦੁਬਦਾ ਉਸੇ ਨੇ ਵਿਛੋੜਿਆ ਹੋਇਆ ਹੈ। ਦੁਬਦਾ ਨਹੀਂ, ਇਹਨੂੰ ਪਾਰ ਬ੍ਰਹਮ ਪਰਮੇਸ਼ਰ ਨੂੰ ਭੁਲਾਇਆ ਹੋਇਆ ਹੈ। ਰੰਡ ਬੈਠੀ ਦੂਜੈ ਪਾਏ, ਮਾਇਆ ਮੋਹੇ ਦੁਖ ਪਾਏ। ਆਪ ਕਟੈ ਤਨ ਛੀਜੈ,
ਇਹ ਰੰਡ ਦਾ ਮਤਲਬ ਵਿਛੜੀ ਹੋਈ ਜੀਵ ਰੂਪੀ ਇਸਤਰੀ ਦੂਜੇ ਭਾਵ ਵਿੱਚ ਦੁਬਦਾ ਵਿੱਚ ਲੱਗੀ ਹੋਈ ਬੈਠੀ ਹੈ ਤੇ ਮਾਇਆ ਦੇ ਮੋਹ ਵਿੱਚ ਮੋਹੀ ਹੋਈ ਦੁੱਖ ਪਾਉਂਦੀ ਹੈ। ਮਾਇਆ ਮੋਹੇ ਦੁੱਖ ਪਾਏ। ਮਾਇਆ ਦਾ ਮੋਹ ਦੁੱਖ ਦਿੰਦਾ ਹੈ ਤੇ ਮਾਇਆ ਦੇ ਮੋਹ ਵਿੱਚ ਦੁੱਖ ਪਾਉਂਦੀ ਹੋਈ ਅਖੀਰ ਨੂੰ ਸਹਿਜੇ ਸਹਿਜੇ ਕਰਕੇ ਆਪ ਉਮਰ ਘਟਦੀ ਚਲੀ ਜਾਂਦੀ ਹੈ। ਸਰੀਰ ਹੈ, ਉਮਰ ਤਾਂ ਘਟਣੀ ਆਪ ਘਟੈ ਤਨ ਛਿਜੈ। ਜਿਵੇਂ ਜਿਵੇਂ ਉਮਰ ਘਟਦੀ ਹੈ ਤਿਵੇਂ ਤਿਵੇਂ ਸਰੀਰ ਛਿਜਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤਨ ਦੀ ਸ਼ਕਤੀ, ਤਨ ਦਾ ਬਲ ਘਟਦਾ, ਦਿਨ ਪ੍ਰਤੀ ਦਿਨ ਘਟ ਰਿਹਾ। ਪਹਿਲਾਂ ਪਾਤਸ਼ਾਹ ਕਹਿੰਦੇ 40 ਸਾਲ ਦੀ ਜਵਾਨੀ ਆਉਂਦੀ ਸੀ, 40 ਸੀ ਪੁਰ ਹੋਏ ਵੀ 40 ਸਾਲ ਦੀ ਉਮਰ 'ਚ ਪੂਰੀ ਭਰ ਜਵਾਨੀ। ਪਰ ਹੁਣ ਤਾਂ 40 45 50 ਸਾਲ ਤੋਂ ਅੱਗੇ ਚੱਲ ਕੇ ਤਾਂ ਸਰੀਰ ਜਿਹੜੇ ਨੇ ਉਹ ਜੀਰਣ ਹੋ ਜਾਂਦੇ ਆ, ਉਮਰਾਂ ਘਟ ਗਈਆਂ। ਤੋ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਉਮਰ ਘਟਦੀ ਹੈ ਤਿਵੇਂ ਤਿਵੇਂ ਤਨ ਛਿਜਦਾ। ਜਿਵੇਂ ਜਿਵੇਂ ਤਨ ਛਿਜਦਾ ਕਮਜ਼ੋਰ ਹੁੰਦਾ ਤਿਵੇਂ ਤਿਵੇਂ ਸਾਧਨਾ ਪਰਮੇਸ਼ਰ ਦੀ ਬੰਦਗੀ ਨਹੀਂ ਹੁੰਦੀ। ਸਰੀਰ 'ਚ ਬਲ ਹੀ ਨਹੀਂ ਰਹਿੰਦਾ ਸੇਵਾ ਕਰਨ ਵਾਸਤੇ, ਬੈਠਣ ਦੀ ਸਮਰੱਥਾ ਨਹੀਂ ਰਹਿ ਜਾਂਦੀ। ਮਾਇਆ ਦੇ ਮੋਹ ਵਿੱਚ ਲੱਗਾ ਹੋਇਆ ਜੀਵ ਦੁੱਖ ਪਾਉਂਦਾ ਔਰ ਇਹਨੂੰ ਭੁੱਲ ਜਾਂਦਾ ਵੀ ਮੇਰੀ ਉਮਰ ਘਟ ਰਹੀ ਹੈ ਤੇ ਤਨ ਛਿਜ ਰਿਹਾ। ਆਪ ਘਟੈ ਤਨ ਛਿਜੈ, ਇਹਨੂੰ ਭੁੱਲਿਆ ਹੋਇਆ ਕਿ ਉਮਰ ਘਟ ਰਹੀ ਹੈ ਤੇ ਤਨ ਛਿਜ ਰਿਹਾ। ਹਾਂਜੀ, ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ। ਪਾਤਸ਼ਾਹ ਕਹਿੰਦੇ ਜੋ ਕੁਝ ਵੀ ਆਇਆ ਸਭ ਕੁਝ ਜਾਏਗਾ। ਜੋ ਵੀ ਆਇਆ ਸਭ ਜਾਏਗਾ। ਸੂਰਜ ਆਇਆ ਹੈ ਵੀ ਜਾਏਗਾ, ਚੰਦਰਮਾ ਆਇਆ ਹੋਇਆ, ਧਰਤੀ ਆਈ ਹੋਈ ਹੈ, ਅਸੀਂ ਸਾਰੇ ਜੀਵ ਜੰਤੂ ਆਏ ਹੋਏ ਆ, ਪਹਾੜ ਨਦੀਆਂ ਦਰਿਆ ਸਮੁੰਦਰ ਆਏ ਹੋਏ ਨੇ। ਜੋ ਕੁਝ ਆਇਆ ਇਹ ਸਭ ਕੁਝ ਜਾਏਗਾ। ਪਾਤਸ਼ਾਹ ਕਹਿੰਦੇ ਨਹੀਂ ਰਹੇਗਾ। ਦੁੱਖ ਲਾਗਾ ਭਾਏ ਦੂਜਾ, ਤੇ ਦੂਜੇ ਭਾਵ ਚ ਦੁਬਦਾ ਚ ਲੱਗ ਕੇ ਇਹਨੂੰ ਦੁੱਖ ਵਿਆਪਦਾ ਹੈ, ਦੁੱਖ ਲੱਗਦਾ। ਜਦੋਂ ਦੂਜਾ ਭਾਅ ਹੈ ਦੁਬਦਾ ਉਦੋਂ ਦੁੱਖ ਲੱਗਦਾ। ਔਰ ਇਹਨੂੰ ਇਹ ਵੀ ਭੁੱਲਿਆ ਹੋਇਆ ਵੀ ਜੋ ਆਇਆ ਸਭ ਕੁਝ ਜਾਏਗਾ। ਇਹ ਸਰੀਰ ਆਇਆ ਇਹਨੇ ਵੀ ਜਾਣਾ ਹੈ, ਇਸਨੇ ਵੀ ਬਿਨਸਣਾ। ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰੇ ਉਪਰ ਮਰਨਾ। ਇਹ ਤਨ ਜਾਏਗਾ, ਇਹ ਸਰੀਰ ਜਾਏਗਾ ਜੋ ਆਇਆ ਹੈ, ਪਰ ਦੂਜਾ ਭਾਵ ਹੈ ਦੁਬਦਾ ਹੈ, ਇਸ ਕਰਕੇ ਇਹਨੂੰ ਇਹਦੇ ਪਾਸੇ ਧਿਆਨ ਹੀ ਨਹੀਂ। ਦੂਜੇ ਭਾਵ ਵਿੱਚ ਦੁਬਦਾ ਵਿੱਚ ਲੱਗਣੇ ਕਰਕੇ ਮਹਾਰਾਜ ਜੀ ਕਹਿੰਦੇ ਇਹ ਦੁੱਖ ਇਹਨੂੰ ਵਿਆਪਦਾ ਹੈ, ਇਸ ਦੁੱਖ ਕਰਕੇ ਦੁਖੀ ਹੁੰਦਾ ਹੈ। ਜਮ ਕਾਲ ਨਾ ਸੂਝੈ ਮਾਇਆ ਜਗ ਲੂਝੈ, ਲੱਭ ਲੋਭ ਚਿਤ ਲਾਏ। ਇਹਨੂੰ ਜਮ ਕਾਲ ਨਹੀਂ ਸੁਝਦਾ ਵੀ ਜਾਮੇ ਦੇ ਸਿਰ ਤੇ ਹੈ। ਜਮ ਕਾਲ ਨ ਸੂਝੈ ਮਾਇਆ ਜਗ ਲੂਝੈ। ਜਮ ਕਾਲ ਨਹੀਂ ਸੁਝਦਾ, ਮਾਇਆ ਦੀ ਮਮਤਾ ਵਿੱਚ ਲੱਗਾ ਹੋਇਆ ਇਹ ਸਾਰੇ ਜਗਤ ਵਿੱਚ। ਲੂਝਿਆ ਦਾ ਮਤਲਬ ਵੀ ਉਲਝਿਆ ਫਿਰਦਾ ਸੰਸਾਰ 'ਚ, ਕਦੇ ਲਾਲਚ ਵਿੱਚ ਕਦੇ ਲੋਭ ਵਿੱਚ ਇਹਦਾ ਚਿੱਤ ਲੱਗਾ ਹੋਇਆ। ਲੱਭ ਲੋਭ ਚਿਤ ਲਾਏ, ਲਾਲਚ ਤੇ ਲੋਭ ਵਿੱਚ ਇਹਦਾ ਚਿੱਤ ਲੱਗਾ ਹੋਇਆ। ਜਮ ਕਾਲ ਇਹਨੂੰ ਨਹੀਂ ਸੁਝਦਾ, ਮਾਇਆ ਦੇ ਜਗਤ ਦੇ ਉਲਝੇਵੇਂ ਵਿੱਚ ਉਲਝਿਆ ਹੋਇਆ। ਲਾਲਚ ਤੇ ਲੋਭ ਦੀ ਪ੍ਰਵਿਰਤੀ ਇਹਦੇ ਅੰਦਰ ਬਣੀ ਹੋਈ। ਆਖਰਕਾਰ ਮਨੁੱਖ ਕਿਤਨੀ ਕੁ ਮਮਤਾ ਦੀ ਬਿਰਤੀ, ਲਾਲਚ ਦੀ ਬਿਰਤੀ ਰੱਖੇਗਾ? ਕਿੰਨੀ ਕੁ? ਅਖੀਰ ਨੂੰ ਜੋੜਦਾ ਜੋੜਦਾ ਮਰ ਜਾਂਦਾ, ਮੁੱਕ ਜਾਂਦਾ ਹੈ। ਮਧੂ ਮੱਖੀ ਸੰਚਦੀ ਰਹਿੰਦੀ ਹੈ ਸ਼ਹਿਦ ਨੂੰ,
ਆਖਰਕਾਰ ਉਸ ਸ਼ਹਿਦ ਨੂੰ ਖਾਣ ਵਾਲਾ ਕੋਈ ਹੋਰ ਹੀ ਆ ਜਾਂਦਾ ਹੈ। ਇਹ ਮਨੁੱਖ ਦੀ ਪ੍ਰਵਿਰਤੀ ਵੀ ਉਸ ਮਧੂਮੱਖੀ ਦੇ ਸਮਾਨ ਹੈ, ਕੇਵਲ ਸੰਚਣਾ, ਇਕੱਤਰ ਕਰਨਾ। ਗਰੀਬ ਨਵਾਜ਼ ਸਾਹਿਬ ਕਹਿੰਦੇ ਲਾਲਚ ਤੇ ਲੋਭ ਵਿੱਚ ਇਹਨੇ ਆਪਣਾ ਚਿੱਤ ਲਾਇਆ ਹੋਇਆ ਔਰ ਮਾਇਆ ਦੇ ਉਲਝੇਵੇਂ ਵਿੱਚ ਜਗਤ ਵਿੱਚ ਉਲਝਿਆ ਹੋਇਆ ਹੈ। ਸੋ ਫਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰ ਨਾ ਜਾਏ। ਪਾਤਸ਼ਾਹ ਕਹਿੰਦੇ ਉਹ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਾ ਹੈ ਔਰ ਸਦਾ ਹੀ ਸੱਚਾ ਹੈ। ਉਹ ਨਾ ਮਰਦਾ ਨਾ ਜੰਮਦਾ ਹੈ, ਜਨਮ ਤੇ ਮਰਨ ਤੋਂ ਰਹਿਤ ਅਬਨਾਸੀ ਹੈ। ਅਬਨਾਸੀ ਜੀਵਨ ਕੋ ਦਾਤਾ, ਜੋ ਸਾਰੇ ਜਗਤ ਦੇ ਜੀਆਂ ਦਾ ਦਾਤਾ ਹੈ ਤੇ ਅਬਨਾਸੀ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ। ਹਰ ਸ਼ੈ ਬਿਨਸਦੀ ਹੈ, ਪਰ ਉਸ ਨਿਰੰਕਾਰ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦਾ ਵਿਨਾਸ਼ ਨਹੀਂ, ਉਹ ਵਿਨਾਸ਼ ਤੋਂ ਰਹਿਤ ਹੈ। ਇਕ ਰੂਪ ਹੈ ਫਿਰ ਹੈ ਬੇਛੁਨੀਆ, ਅੰਧੀ ਨਾ ਜਾਣੈ ਫਿਰ ਨਾਲੇ। ਇੱਕ ਉਹ ਜੀਵ ਰੂਪੀ ਇਸਤਰੀਆਂ ਨੇ ਜਿਹੜੀਆਂ ਆਪਣੇ ਪਿਰ ਪਤੀ ਪਾਰ ਬ੍ਰਹਮ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਨੇ। ਉਹਨਾਂ ਅੰਨੀਆਂ ਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਸਾਡਾ ਰੱਬ ਸਾਡੇ ਨਾਲ ਹੈ, ਸਾਡਾ ਪਤੀ ਸਾਡੇ ਨਾਲ ਹੈ। ਅੰਧੀ ਨਾ ਜਾਣੈ ਫਿਰ ਨਾਲੇ, ਉਸ ਅੰਨੀ ਨੂੰ, ਗਿਆਨ ਵਿਹੂਣੀ ਨੂੰ ਇਹ ਗੱਲ ਦੀ ਸੋਝੀ ਨਹੀਂ ਕਿ ਉਹ ਪਤੀ ਪਾਰ ਬ੍ਰਹਮ ਪਰਮੇਸ਼ਰ ਸਾਡੇ ਨਾਲ ਹੈ। ਪੜੀ ਭਵੇਂ ਜਾਂਦਾ ਰੋਜ਼, ਸਦਾ ਅੰਗ ਸੰਗੇ ਅਭੰਗੰ ਬਬੂਤੇ, ਪਰ ਜਾਣਦਾ ਨਹੀਂ ਵੀ ਨਾਲ ਹੈ। ਪੜੀ ਭਵੇਂ ਜਾਂਦਾ ਰੋਜ਼ ਕਿ ਉਹ ਸਦਾ ਸਾਡੇ ਨਾਲ ਹੈ, ਪਰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਯਕੀਨ ਨਹੀਂ। ਤੋ ਪਾਤਸ਼ਾਹ ਕਹਿੰਦੇ ਅੰਨੇ ਹੋਏ ਜਿਹੜੇ ਮਨੁੱਖ ਨੇ ਨਾ ਅਗਿਆਨਤਾ ਦੇ ਹਨੇਰੇ 'ਚ, ਉਹ ਨਹੀਂ ਜਾਣਦੇ ਉਸ ਪਰਮੇਸ਼ਰ ਤੋਂ ਵਿਛੜੇ ਹੋਏ ਕਿ ਉਹ ਫਿਰ ਵਾਹਿਗੁਰੂ ਪਰਮੇਸ਼ਰ ਇਹਦੇ ਨਾਲ ਕੀ ਇਹਦੇ ਅੰਦਰ ਬੈਠਾ, ਇਹਦੇ ਅੰਤःਕਰਣ ਦੇ ਵਿੱਚ ਉਹਦੀ ਚੇਤਨਾ ਬਿਰਾਜਮਾਨ ਹੈ। ਗੁਰ ਪ੍ਰਸਾਦੇ ਸਾਚਾ ਫਿਰ ਮਿਲੈ, ਅੰਤਰ ਸਦਾ ਸੰਭਾਲੇ। ਗੁਰੂ ਦੀ ਕਿਰਪਾ ਨਾਲ ਉਹ ਸੱਚਾ ਫਿਰ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਗੁਰ ਪ੍ਰਸਾਦੀ ਸਾਚਾ ਫਿਰ ਮਿਲੈ, ਗੁਰੂ ਦੀ ਕਿਰਪਾ ਨਾਲ ਉਹ ਸੱਚਾ ਰੱਬ ਮਿਲਦਾ, ਅੰਤਰ ਸਦਾ ਸੰਭਾਲੇ। ਜਦੋਂ ਉਹ ਮਿਲਦਾ ਤੇ ਫਿਰ ਉਹਨੂੰ ਇਹ ਆਪਣੇ ਹਿਰਦੇ ਵਿੱਚ ਆਪਣੇ ਅੰਦਰ ਸਦਾ ਲਈ ਸੰਭਾਲਦਾ ਹੈ। ਅੰਤਰ ਸਦਾ ਸੰਭਾਲੇ, ਆਪਣੇ ਅੰਦਰ ਆਪਣੇ ਹਿਰਦੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਫਿਰ ਸदैवी ਕਾਲ ਲਈ ਸੰਭਾਲਦਾ ਹੈ, ਜਦੋਂ ਇਹਦੇ ਅੰਦਰ ਗੁਰੂ ਦੀ ਕਿਰਪਾ ਵਰਤਦੀ ਹੈ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨਮੁਖ ਜਾਤਾ ਦੂਰੇ। ਫਿਰ ਨੂੰ ਸਦਾ ਆਪਣੇ ਅੰਤःਕਰਣ ਚ ਸੰਭਾਲਦਾ ਤੇ ਇਹ ਜਾਣਦਾ ਹੈ ਗੁਰਮੁਖ ਕਿ ਉਹ ਸਦਾ ਹੀ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਕਹਿੰਦਾ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ, ਮੇਰਾ ਪਰਮੇਸ਼ਰ ਸਦਾ ਹੀ ਮੇਰੇ ਨਾਲ ਹੈ, ਸਦਾ ਹੈ ਨਾਲੇ। ਗੁਰਮੁਖ ਨੂੰ ਇਹ ਅਵਸਥਾ ਪ੍ਰਾਪਤ ਹੋਈ ਕਿ ਉਹ ਜਾਣਦਾ ਵੀ ਮੇਰਾ ਪਿਰ ਹਰ ਵੇਲੇ ਮੇਰੇ ਨਾਲ ਹੈ। ਪਰ ਦੂਜੇ ਪਾਸੇ ਜਿਹੜਾ ਮਨਮੁਖ ਹੈ, ਮਨਮੁਖ ਜਾਤਾ ਦੂਰੇ, ਉਹ ਕਹਿੰਦਾ ਰੱਬ ਬੜੀ ਦੂਰ ਹੈ, ਪਰਮੇਸ਼ਰ ਬੜੀ ਦੂਰ ਹੈ। ਮਨਮੁਖ ਵਾਸਤੇ ਰੱਬ ਦੂਰ ਹੈ ਤੇ ਗੁਰਮੁਖ ਕਹਿੰਦਾ ਸਦਾ ਹੀ ਨਾਲ ਹੈ। ਉਹ ਕਹਿੰਦਾ ਹੈ ਹਜੂਰ ਕਤ ਦੂਰ ਬਤਾਵੋ, ਕਹਿੰਦੇ ਕਾਹਨੂੰ ਦੂਰ ਦੱਸਦੇ, ਉਹ ਤਾਂ ਹਾਜ਼ਰ ਹਜੂਰ ਹੈ, ਕੋਲ ਹੀ ਕੋਲ ਹੈ, ਉਹ ਦੂਰ ਨਹੀਂ ਹੈ। ਮਨਮੁਖ ਸਮਝਦਾ ਦੂਰ ਹੈ ਕਿਉਂਕਿ ਉਹਨੇ ਕਰਨੇ ਨੇ ਪਾਪ, ਮਨਮੁਖ ਨੇ ਕਰਨੀਆਂ ਨੇ ਆਪ ਹੁਦਰੀਆਂ, ਮਨਮੁਖ ਨੇ ਕਰਨੇ ਨੇ ਸਾਕਤ ਤਾਈ ਦੇ ਭੈੜੇ ਮਾੜੇ ਕਰਮ ਵਿਕਰਮ। ਇਸ ਕਰਕੇ ਮਨਮੁਖ ਨੂੰ ਪਰਮੇਸ਼ਰ ਦੂਰ ਜਾਪਦਾ
ਤੇ ਗੁਰਮੁਖ ਉਹਦੇ ਭੈ ਵਿੱਚ ਤੇ ਅਦਬ ਵਿੱਚ ਰਹਿੰਦਾ, ਸੁਚੱਜੇ ਕਰਮਾਂ 'ਚ ਪ੍ਰਵਿਰਤ ਹੁੰਦਾ, ਉਰੇ ਜਾਣਦਾ ਵੀ ਮੇਰਾ ਪਿਰ ਮੈਨੂੰ ਵੇਖਦਾ ਹੈ, ਮੇਰਾ ਗੁਰੂ ਮੈਨੂੰ ਵੇਖਦਾ। ਉਹ ਮਾੜੇ ਭੈੜੇ ਕਰਮਾਂ ਤੋਂ ਬਚਿਆ ਰਹਿੰਦਾ। ਤੋ ਗੁਰਮੁਖ ਸਦਾ ਹੀ ਉਸ ਵਾਹਿਗੁਰੂ ਨੂੰ ਆਪਣੇ ਨਾਲ ਸਮਝਦਾ ਹੈ ਤੇ ਮਨਮੁਖ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਜਾਣਦਾ। ਇਹੋ ਤਨ ਰੁਲਾ ਰੁਲਾਇਆ ਕਾਮ ਨਾ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਮਨਮੁਖ ਆਦਮੀ ਦਾ ਇਹ ਤਨ ਅਖੀਰ ਨੂੰ ਰੁਲ ਜਾਣਾ, ਰੁਲਾ ਦਿੱਤਾ ਜਾਣਾ ਮਿੱਟੀ 'ਚ। ਜਿਨ੍ਹਾਂ ਨੇ ਉਸ ਖਸਮ ਨੂੰ ਵਾਹਿਗੁਰੂ ਨੂੰ ਆਪਣੇ ਹਾਜ਼ਰ ਹਜ਼ੂਰ ਨਹੀਂ ਜਾਣਿਆ ਨਾ, ਉਹਨਾਂ ਦਾ ਇਹ ਤਨ ਰੁਲ ਗਿਆ ਮਿੱਟੀ ਵਿੱਚ, ਯਾਨੀ ਕਿ ਨਿਸ਼ਫਲ ਚਲਾ ਗਿਆ। ਉਹਨਾਂ ਦੀ ਇਹ ਜ਼ਿੰਦਗੀ ਨਿਸ਼ਫਲ ਚਲੀ ਗਈ, ਇਹ ਸਰੀਰ ਉਹਨਾਂ ਦਾ ਨਿਸ਼ਫਲ ਚਲਾ ਗਿਆ, ਕਿਸੇ ਕੰਮ ਨਹੀਂ ਲੱਗਾ। ਉਹਨਾਂ ਆਪਣਾ ਮਨੁੱਖਾ ਜਨਮ ਅਜਾਈ ਗਵਾ ਲਿਆ, ਜਿਨ੍ਹਾਂ ਨੇ ਉਸ ਪਿਰ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਜ਼ੂਰ ਹਾਜ਼ਰਾ ਹਜ਼ੂਰ ਨਹੀਂ ਜਾਣਿਆ। ਗੁਰੂ ਕਾ ਸਿੱਖ ਕਹਿੰਦਾ ਮੇਰਾ ਸਾਹਿਬ ਹਾਜ਼ਰ ਹਜ਼ੂਰ ਹੈ, ਜ਼ਾਹਰ ਜ਼ਹੂਰ ਹੈ, ਤੇ ਮਨਮੁਖ ਕਹਿੰਦਾ ਦੂਰ ਹੈ। ਤੇ ਜਿਹੜਾ ਮਨਮੁਖ ਦੂਰ ਸਮਝਦਾ ਉਸ ਪਰਮੇਸ਼ਰ ਨੂੰ, ਉਹ ਆਪਣੇ ਜਨਮ ਦੀ ਬਾਜੀ ਨੂੰ ਹਾਰ ਜਾਂਦਾ, ਆਪਣੀ ਇਸ ਕਾਇਆ ਨੂੰ ਨਿਸ਼ਫਲ ਕਰ ਲੈਂਦਾ ਹੈ। ਨਾਨਕ ਸਾ ਧਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ, ਉਹੀ ਜੀਵ ਰੂਪੀ ਇਸਤਰੀ ਉਸ ਪਰਮੇਸ਼ਰ ਨੂੰ ਮਿਲਦੀ ਹੈ ਜਿਹਨੂੰ ਆਪ ਮਿਲਾਉਂਦਾ। ਜਿਹੜੀ ਜੀਵ ਰੂਪੀ ਇਸਤਰੀ ਆਪਣੇ ਹਿਰਦੇ 'ਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੀ ਹੈ, ਉਹਦੇ ਗੁਣਾਂ ਨੂੰ ਚੇਤੇ ਕਰਦੀ ਹੈ, ਵਾਹਿਗੁਰੂ ਨੂੰ ਆਪਣੇ ਅੰਤःਕਰਣ 'ਚ ਸੰਭਾਲਦੀ ਹੈ। ਮਹਾਰਾਜ ਜੀ ਕਹਿੰਦੇ ਉਹੀ ਜੀਵ ਰੂਪੀ ਇਸਤਰੀ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਮਿਲਾਈ ਹੋਈ ਮਿਲਦੀ ਹੈ। ਉਹੀ ਜੀਵ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੁੰਦੇ ਨੇ ਜਿਹੜੇ ਉਹਨੂੰ ਯਾਦ ਕਰਦੇ ਆ, ਜਿਹਨੂੰ ਉਹਨੂੰ ਚੇਤੇ ਕਰਦੇ ਹਨ। ਇਕ ਰੂਪ ਹੈ ਪਿਰ ਹੈ ਬਿਛੁਨੀਆ, ਅੰਧੀ ਨਾ ਜਾਣੈ ਪਿਰ ਹੈ ਨਾਲੇ। ਇੱਕੋ ਨੇ ਜੀਵ ਰੂਪੀ ਇਸਤਰੀਆਂ ਜਿਹੜੀਆਂ ਉਸ ਪਿਰ ਪਾਰ ਬ੍ਰਹਮ ਪਰਮੇਸ਼ਰ ਨੂੰ ਵਿਛੋੜ ਕੇ ਰੋਂਦੀਆਂ ਕੁਰਲਾਉਂਦੀਆਂ ਰਹਿੰਦੀਆਂ, ਜਿਨ੍ਹਾਂ ਦੇ ਪੱਲੇ ਰੋਣਾ ਧੋਣਾ ਪਿਆ ਰਹਿੰਦਾ। ਉਹਨਾਂ ਅੰਨੀਆਂ ਨੂੰ, ਗਿਆਨ ਵਿਹੂਣੀਆਂ ਨੂੰ ਇਹ ਨਹੀਂ ਪਤਾ ਕਿ ਉਹ ਵਾਹਿਗੁਰੂ ਤਾਂ ਹਰ ਵੇਲੇ ਹੀ ਨਾਲ ਹੈ, ਉਹ ਤਾਂ ਹਰ ਵੇਲੇ ਹੀ ਅੰਗ ਸੰਗ ਹੈ। ਨਾ ਜਾਣੈ ਪਿਰ ਹੈ ਨਾਲੇ, ਉਹ ਜਾਣਦੀਆਂ ਹੀ ਨਹੀਂ ਕਿ ਪਿਰ ਨਾਲ ਹੈ, ਉਹ ਸਦਾ ਹੀ ਅੰਗ ਸੰਗ ਹੈ। ਉਹ ਅੰਨੀਆਂ ਰੋਂਦੀਆਂ ਕੁਰਲਾਉਂਦੀਆਂ ਰਹਿੰਦੀਆਂ ਨੇ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 4 ਛੰਤ ਉਚਾਰਨ ਕੀਤੇ ਨੇ ਰਾਗ ਬੜਹੰਸ ਵਿੱਚ, ਜੋ ਅੱਜ ਆਪਾਂ ਸਰਵਣ ਕੀਤੇ ਆ, ਵਿਚਾਰੇ ਨੇ। ਗੁਰਦੇਵ ਨੇ ਮਨਮੁਖ ਨੂੰ ਉਹਦੀ ਦਸ਼ਾ ਕੈਸੀ ਹੈ ਉਹ ਵਰਣਨ ਕੀਤੀ ਹੈ, ਗੁਰਮੁਖ ਕਿਹੋ ਜਿਹੇ ਨੇ ਉਹ ਵੀ ਵਰਣਨ ਕੀਤਾ। ਗੁਰੂ ਪਾਤਸ਼ਾਹ ਕਿਰਪਾ ਕਰਨ ਮਨਮੁਖਾਂ ਦੇ ਲੱਛਣ ਸਾਡੇ ਹਿਰਦੇ ਚੋਂ ਜਾਣ ਤੇ ਗੁਰਮੁਖਾਂ ਵਾਲੇ ਲੱਛਣ ਸਾਡੇ ਹਿਰਦਿਆਂ ਵਿੱਚ ਆ ਵਸਣ। ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।